ਸ਼ਕਤੀਆਂ ਨੇ ਜਾਂ ਮੇਰੇ ਕੋਲ ਜਿਹੜੀ ਤਾਕਤ ਹੈ ਨਾ, ਉਹ ਮੈਂ ਗੁਰੂ ਨਾਨਕ ਦੇ ਚਰਨਾਂ ਦੇ ਵਿੱਚੋਂ ਲੈਣੀ ਆ। ਇਸ ਵਾਸਤੇ ਤੈਨੂੰ ਸਿੱਧਾ ਹੀ ਡਾਇਰੈਕਟ ਮੈਂ ਜੋੜ ਦਿੱਤਾ ਵੇ, ਜੋ ਤੈਨੂੰ ਚਾਹੀਦਾ ਇੱਥੋਂ ਮਿਲੇਗਾ। ਭਾਈ ਭਾਗੀਰਥ ਜੀ ਫਿਰ ਛੋੜ ਕੇ ਗੁਰੂ ਨਾਨਕ ਦਾ ਦਰ ਫਿਰ ਨਹੀਂ ਗਏ ਹੁਣ ਕਿਧਰੇ ਵੀ, ਫਿਰ ਨਹੀਂ ਗਏ ਹਨ। ਭਾਈ ਲਹਿਣਾ ਜੀ ਨੇ ਇੱਕ ਦਿਨ ਘਰ ਦੇ ਵਿੱਚ ਸਮਾਗਮ ਰੱਖਿਆ, ਸਾਰੀ ਰਾਤ ਆਪਣੇ ਸੰਗੀ ਸਾਥੀਆਂ ਦੇ ਨਾਲ ਭੇਟਾਵਾਂ ਗਾਈਆਂ, ਬਹੁਤ ਨੱਚੇ ਨੇ। ਪਰ ਜਦੋਂ ਅੰਮ੍ਰਿਤ ਵੇਲੇ ਸਮਾਪਤੀ ਹੋਈ ਨਾ, ਤੋ ਚੈਨ ਨਹੀਂ ਮਿਲਿਆ। ਗੁਰਬਾਣੀ ਕਹਿੰਦੀ ਹੈ, ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਬਿਨਾਂ ਪਰਮੇਸ਼ਰ ਦੇ ਨਾਮ ਤੋਂ ਆਤਮਿਕ ਸ਼ਾਂਤੀ ਨਹੀਂ ਮਿਲ ਸਕਦੀ ਹੈ। ਘਰੋਂ ਬਾਹਰ ਨਿਕਲ ਗਏ ਨੇ ਵੀ ਕੋਈ ਚੈਨ ਨਹੀਂ ਪੈਂਦਾ ਪਿਆ। ਜਦੋਂ ਬਾਹਰ ਨਿਕਲੇ ਤਾਂ ਭਾਈ ਜੋਧ, ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਿੱਖ ਸਨ, ਜਪਜੀ ਸਾਹਿਬ ਦਾ ਪਾਠ ਕਰਦੇ ਪਏ ਨੇ। ਜਦੋਂ ਬਾਣੀ ਸੁਣੀ ਭਾਈ ਲਹਿਣਾ ਜੀ ਨੇ, ਤੇ ਜਿਸ ਤਰ੍ਹਾਂ ਕਿਸੇ ਨੂੰ ਤੀਰ ਲੱਗ ਜਾਂਦਾ ਨਾ, ਤੇ ਉੱਥੇ ਹੀ ਖੜਾ ਹੋ ਜਾਂਦਾ ਜਾਂ ਉੱਥੇ ਡਿੱਗ ਪੈਂਦਾ ਵੇ। ਸਤਿਗੁਰਾਂ ਦੀ ਪਾਵਨ ਬਾਣੀ ਸੁਣਦਿਆਂ ਹੀ ਭਾਈ ਲਹਿਣਾ ਜੀ ਉੱਥੇ ਹੀ ਖੜੇ ਹੋ ਗਏ। ਔਰ ਭਾਈ ਸਾਹਿਬ ਬੜੀ ਲਹਿ ਦੇ ਵਿੱਚ ਪਾਠ ਕਰ ਰਹੇ ਸਨ। ਜਦੋਂ ਪਾਠ ਦੀ ਸਮਾਪਤੀ ਹੁੰਦੀ ਹੈ ਤਾਂ ਭਾਈ ਲਹਿਣਾ ਜੀ ਪੁੱਛਦੇ ਨੇ ਵੀ ਇਹ ਬਾਣੀ ਕਿਸ ਦੀ ਹੈ ਜੋ ਤੁਸੀਂ ਗਾਇਨ ਕਰ ਰਹੇ ਹੋ? ਅੱਗੇ ਕਦੀ ਅਸੀਂ ਸੁਣੀ ਨਹੀਂ ਹੈ, ਇਹ ਕਿਹਦੀ ਬਾਣੀ ਹੈ? ਭਾਈ ਜੋਧ ਨੇ ਦੱਸਿਆ ਵੀ ਇਹ ਗੁਰੂ ਨਾਨਕ ਦੀ ਬਾਣੀ ਹੈ। ਮਨ ਵੀ ਸੋਚਦੇ ਨੇ, ਜਿਸ ਦੀ ਬਾਣੀ ਇਤਨੀ ਮਿੱਠੀ ਹੈ, ਜੋ ਕੰਨਾਂ ਦੇ ਵਿੱਚ ਰਸ ਘੋਲ ਦਿੱਤੀ ਹੈ, ਉਹ ਆਪ ਕਿਤਨਾ ਮਿੱਠਾ ਹੋਵੇਗਾ, ਉਹਦੇ ਦਰਸ਼ਨ ਕਿਤਨੇ ਦੁਰਲਭ ਹੋਣਗੇ। ਕਿਆ ਉਸ ਦੇ ਦਰਸ਼ਨ ਹੋ ਸਕਦੇ ਨੇ? ਭਾਈ ਜੋਧ ਨੇ ਆਖਿਆ, ਕਿਉਂ ਨਹੀਂ ਹੋ ਸਕਦੇ? ਗੁਰੂ ਨਾਨਕ ਦਾ ਦਰ 24 ਘੰਟੇ ਹਰ ਪਲ ਹਰ ਘੜੀ ਚਾਰੋਂ ਦਿਸ਼ਾਵਾਂ ਤੋਂ ਖੁੱਲ੍ਹਾ ਵੇ, ਕੋਈ ਵੀ ਜਾ ਸਕਦਾ ਉੱਥੇ, ਕਿਸੇ ਨੂੰ ਰੋਕ ਟੋਕ, ਕਿਸੇ ਨੂੰ ਮਨਾਹੀ ਨਹੀਂ ਹੈ। ਔਰ ਇੱਕ ਗੁਰੂ ਨਾਨਕ ਦਾ ਹੀ ਘਰ ਹੈ, ਜਿੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਇੱਥੇ ਕੋਈ ਵੀ ਆਵੇ, ਸਤਿਗੁਰ ਦੀ ਬਾਣੀ ਆਵਾਜ਼ ਮਾਰਦੀ ਪਈ ਹੈ, ਬਈ ਆਓ ਸਿੱਖ ਸਤਿਗੁਰ ਕੇ ਪਿਆਰਿਓ, ਗਾਓ ਸੱਚੀ ਬਾਣੀ। ਇੱਥੇ ਤੇ ਆਵਾਜ਼ ਮਾਰੀ ਜਾਂਦੀ ਹੈ। ਮਨ ਵਿੱਚ ਐਸਾ ਵਿਚਾਰ ਬਣਾ ਲਿਆ ਵੀ ਹੁਣ ਜਦੋਂ ਵੀ ਦਰਸ਼ਨ ਕਰਨ ਜਾਵਾਂਗੇ ਜਵਾਲਾ ਦੇਵੀ ਦੇ, ਤਾਂ ਫਿਰ ਗੁਰੂ ਨਾਨਕ ਨੂੰ ਵੀ ਮਿਲ ਕੇ ਆਵਾਂਗੇ। ਥੋੜ੍ਹਾ ਜਿਹਾ ਆਪਣਾ ਰਸਤਾ ਵੀ ਬਦਲ ਲਿਆ, ਰਾਵੀ ਪਾਰ ਕਰਕੇ ਉਸ ਪਾਸੇ ਬਹੁਤ ਸਾਰੇ ਲੋਕਾਂ ਦਾ ਨਾਲ ਜੱਥਾ ਲੈ ਕੇ ਤੇ ਚੱਲ ਪਏ ਹਨ ਜਵਾਲਾ ਦੇਵੀ ਦੇ ਦਰਸ਼ਨਾਂ ਵਾਸਤੇ। ਜਦੋਂ ਕਰਤਾਰਪੁਰ ਸਾਹਿਬ ਦੇ ਬਾਹਰ ਪਹੁੰਚੇ ਨਾ, ਤੇ ਜਿਹੜੇ ਨਾਲ ਸਾਥੀ ਸਨ ਇਹਨਾਂ ਦੇ, ਉਹਨਾਂ ਨੂੰ ਆਖਿਆ ਵੀ ਤੁਸੀਂ ਇੱਥੇ ਹੀ ਬਵੋ, ਆਰਾਮ ਕਰੋ, ਤੇ ਮੈਂ ਕਿਸੇ ਨੂੰ ਮਿਲਣਾ ਹੈ, ਮੈਂ ਮਿਲ ਕੇ ਆ ਜਾਣਾ ਉਹਨਾਂ ਨੂੰ। ਫਿਰ ਆਪਾਂ ਅੱਗੇ ਜੋ ਬਾਕੀ ਸਫ਼ਰ ਹੈ ਅਸੀਂ ਫਿਰ ਕਰਾਂਗੇ। ਭਾਈ ਲਹਿਣਾ ਜੀ ਘੋੜੀ ਦੇ ਉੱਤੇ ਚੜ੍ਹੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਵਾਸਤੇ ਚੱਲ ਪਏ ਹਨ। ਦੂਸਰੇ ਪਾਸੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਰਤਾਰਪੁਰ ਦੇ ਵਿੱਚ ਧਰਮਸ਼ਾਲਾ ਵਿੱਚ ਬੈਠੇ ਨੇ ਆਪਣੇ ਸਿੰਘਾਸਨ ਤੇ ਰਾਗੀ ਸਿੰਘ ਕੀਰਤਨ ਕਰਦੇ ਪਏ ਨੇ, ਸੰਗਤ ਬੈਠੀ ਹੋਈ ਹੈ। ਇੱਕਦਮ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉੱਠ ਕੇ ਤੇ ਚੱਲ ਪਏ ਨੇ। ਸਾਰੇ ਦੇਖ ਕੇ ਹੈਰਾਨ ਹੋਏ ਵੀ ਅੱਗੇ ਤਾਂ ਕਦੀ ਛੋੜ ਕੇ ਜਾਂਦੇ ਨਹੀਂ ਨੇ, ਅੱਜ ਤਾਂ ਵਿੱਚੇ ਹੀ ਕੀਰਤਨ ਛੱਡ ਕੇ ਤੁਰ ਪਏ ਨੇ, ਪਤਾ ਨਹੀਂ ਕਿੱਥੇ ਚੱਲੇ ਹਨ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਧਰਮਸ਼ਾਲਾ ਤੋਂ ਬਾਹਰ ਨਿਕਲ ਗਏ ਹਨ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕ੍ਰਿਸ਼ਨ ਤੇ ਸੁਦਾਮੇ ਦਾ ਜ਼ਿਕਰ ਕੀਤਾ ਹੈ। ਜਦੋਂ ਸੁਦਾਮਾ ਮਿਲਣ ਵਾਸਤੇ ਗਿਆ ਨਾ ਸ੍ਰੀ ਕ੍ਰਿਸ਼ਨ ਨੂੰ, ਉਸ ਵਕਤ ਦਾ ਜ਼ਿਕਰ ਕਰਦਿਆਂ ਭਾਈ ਸਾਹਿਬ ਨੇ ਆਖਿਆ ਵੀ ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਨ ਹਰ ਜੀ ਆਏ। ਲੇਕਿਨ ਕ੍ਰਿਸ਼ਨ ਨੇ
ਜਾਂਦਿਆਂ ਹੀ ਕੋਈ ਸੁਦਾਮਾ ਨੂੰ ਦਰਸ਼ਨ ਨਹੀਂ ਦੇ ਦਿੱਤੇ ਹਨ। ਮਥੁਰਾ ਤੋਂ ਪੈਦਲ ਚੱਲ ਕੇ ਗਿਆ ਔਰ ਗਿਆ ਕਿੱਥੇ ਹੈ? ਦੁਆਰਕਾ, ਜੋ ਸਮੁੰਦਰ ਦੇ ਵਿੱਚ ਹੈ, ਜਿਹਨੂੰ ਬੇਟ ਦੁਆਰਕਾ ਕਿਹਾ ਜਾਂਦਾ ਹੈ। ਇੱਕ ਦੁਆਰਕਾ ਬਾਹਰ ਹੈ, ਇੱਕ ਦੁਆਰਕਾ ਸਮੁੰਦਰ ਦੇ ਵਿੱਚ ਹੈ। ਜਿਹੜੀ ਸਮੁੰਦਰ ਵਿੱਚ ਦੁਆਰਕਾ ਹੈ ਨਾ, ਉਸ ਨੂੰ ਬੇਟ ਦੁਆਰਕਾ ਕਿਹਾ ਜਾਂਦਾ ਹੈ। ਪੰਜਾਂ ਪਿਆਰਿਆਂ ਦੇ ਵਿੱਚੋਂ ਜੋ ਭਾਈ ਮੋਹਕਮ ਸਿੰਘ ਜੀ ਹੋਏ ਨੇ, ਉਹ ਬੇਟ ਦੁਆਰਕਾ ਦੇ ਸਨ। ਉਹਨਾਂ ਦਾ ਘਰ ਬਣਿਆ ਹੋਇਆ ਉੱਥੇ, ਬੜਾ ਸੁੰਦਰ ਗੁਰਦੁਆਰਾ ਬਣਾਇਆ ਕੋਟੇ ਵਾਲੇ ਮਹਾਂਪੁਰਸ਼ਾਂ ਨੇ। 50 ਦੇ ਕਰੀਬ ਕਮਰੇ ਵੀ ਹਨ। ਓਖਾ ਰੇਲਵੇ ਸਟੇਸ਼ਨ ਤੋਂ ਫਿਰ ਸਮੁੰਦਰੀ ਜਹਾਜ਼ ਵਿੱਚ ਬੈਠ ਕੇ ਤੇ ਫਿਰ ਅੰਦਰ ਜਾਣਾ ਪੈਂਦਾ ਹੈ। 10 ਕਿਲੋਮੀਟਰ ਸਮੁੰਦਰ ਦਾ ਸਫ਼ਰ ਹੈ। ਚਾਰੋਂ ਪਾਸੇ ਪਾਣੀ ਤੇ ਕੋਈ 45 ਕਿਲੋਮੀਟਰ ਦਾ ਇੱਕ ਟਾਪੂ ਹੈ, ਜਿੱਥੇ ਕ੍ਰਿਸ਼ਨ ਦਾ ਮੰਦਿਰ ਬਣਿਆ ਹੋਇਆ ਹੈ। ਪਿਆਰੇ ਮੋਹਕਮ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਣਿਆ, ਕਦੀ ਜਾਓ ਜ਼ਰੂਰ ਦਰਸ਼ਨ ਕਰਨਾ, ਬੜਾ ਸੁੰਦਰ ਸਥਾਨ ਹੈ। ਸੁਦਾਮਾ ਜਦੋਂ ਉੱਥੇ ਪਹੁੰਚਿਆ ਨਾ, ਤਾਂ ਉਹਨੇ ਜਾ ਕੇ ਦੁਆਰਪਾਲ ਨੂੰ ਆਖਿਆ ਵੀ ਮੈਂ ਕ੍ਰਿਸ਼ਨ ਦਾ ਮਿੱਤਰ ਹਾਂ। ਤੇ ਦੁਆਰਪਾਲ ਹੱਸ ਪਿਆ, ਕਹਿੰਦਾ ਤੇਰੇ ਵਰਗੇ ਸਾਰਾ ਦਿਨ ਵਿੱਚ ਪਤਾ ਨਹੀਂ ਕਿਤਨੇ ਆ ਕੇ ਕਹਿੰਦੇ ਨੇ ਕਿ ਅਸੀਂ ਕ੍ਰਿਸ਼ਨ ਦੇ ਮਿੱਤਰ ਹਾਂ, ਅਸੀਂ ਕ੍ਰਿਸ਼ਨ ਦੇ ਰਿਸ਼ਤੇਦਾਰ ਹਾਂ। ਤੂੰ ਆਪਣੀ ਹਾਲਤ ਤੇ ਦੇਖ ਪਹਿਲੇ। ਕਵੀ ਨਰੋਤਮ ਜੀ ਨੇ ਇਸ ਦਾ ਜ਼ਿਕਰ ਕੀਤਾ ਹੈ। ਸੁਦਾਮਾ ਦੀ ਜੋ ਹਾਲਤ ਸੀ, ਸੀਸ ਪਗਾ ਨਾ ਜਗਾ ਤਨ ਪੇ, ਪ੍ਰਭ ਜਾਣੇ ਕਿ ਆਏ ਬਸੇ ਕਹਿ ਗ੍ਰਾਮਾ। ਜਦੋਂ ਸੁਦਾਮਾ ਨੇ ਬੜੇ ਤਰਲੇ ਕੀਤੇ ਨਾ ਵੀ ਇੱਕ ਵਾਰੀ ਜਾ ਕੇ ਕਹਿ ਤੇ ਸਹੀ ਵੀ ਕ੍ਰਿਸ਼ਨ ਤੇਰਾ ਮਿੱਤਰ ਆਇਆ ਹੋਇਆ, ਜੇ ਨਹੀਂ ਮੰਨੇਗਾ ਤਾਂ ਫਿਰ ਮੈਂ ਵਾਪਸ ਚਲਾ ਜਾਵਾਂਗਾ। ਤੇ ਜਿਹੜਾ ਦੁਆਰਪਾਲ ਹੈ, ਉਹ ਕ੍ਰਿਸ਼ਨ ਨੂੰ ਸੁਦਾਮੇ ਦੀ ਹਾਲਤ ਦੱਸਦਾ ਪਿਆ। ਬਾਹਰ ਕੌਣ ਆਇਆ? ਕਹਿੰਦਾ ਸੀਸ ਪਗਾ ਨਾ ਜਗਾ ਤਨ ਪੇ, ਪ੍ਰਭ ਜਾਣੇ ਕਿ ਆਏ ਬਸੇ ਕਰਹਿ ਗ੍ਰਾਮਾ। ਸਿਰ ਤੇ ਪੱਗ ਕੋਈ ਨਹੀਂ ਹੈ, ਤਨ ਦੇ ਉੱਤੇ ਝੱਗਾ ਵੀ ਕੋਈ ਨਹੀਂ ਹੈ। ਪਤਾ ਹੀ ਕਿਹੜੇ ਪਿੰਡੋਂ ਆਇਆ ਵੇ, ਬਾਹਰ ਖਲੋਤਾ ਹੋਇਆ। ਔਰ ਧੋਤੀ ਫਟੀ ਸੀ ਲੱਟੀ ਦੁਪੱਟੀ, ਪੈਰ ਪਾਹਨ ਕੀ ਨਹੀਂ ਸ਼ਾਮਾ। ਕਹਿੰਦਾ ਇੱਕ ਧੋਤੀ ਬੰਨੀ ਹੋਈ ਹੈ, ਉਹ ਵੀ ਪਾਟੀ ਪੁਰਾਣੀ ਹੈ ਬੜੀ। ਇੱਕ ਮੋਢੇ ਦੇ ਉੱਤੇ ਪਰਨਾ ਰੱਖਿਆ ਹੋਇਆ ਵੇ, ਉਹ ਪਰਨਾ ਵੀ ਬੜਾ ਮੈਲਾ ਕੁਚੈਲਾ, ਤੇ ਉਸ ਪਰਨੇ ਦੇ ਵਿੱਚ ਕੁਛ ਇੱਕ ਗੰਢ ਬੰਨੀ ਹੋਈ ਹੈ। ਉਸਨੇ ਚੌਲ ਲੈ ਕੇ ਗਿਆ ਸੀ ਕ੍ਰਿਸ਼ਨ ਨੂੰ ਭੇਟ ਕਰਨ ਵਾਸਤੇ। ਕਹਿੰਦਾ ਪੈਰਾਂ ਦੇ ਵਿੱਚ ਜੁੱਤੀ ਵੀ ਨਹੀਂ ਹੈ ਉਸਦੇ। ਦੁਆਰ ਖੜੋ ਦਿਜ ਦੁਰਲਭ ਪੇਖ, ਰਹਿਓ ਚਕਸੂ ਬਸੁਦਾ ਅਭਿਰਾਮਾ। ਕਹਿੰਦਾ ਬੜੇ ਹੀ ਦੁਬਲਾ ਪਤਲਾ, ਬੜੀ ਮਾੜੀ ਹਾਲਤ ਵਾਲਾ ਇੱਕ ਬੰਦਾ ਬਾਹਰ ਖਲੋਤਾ ਹੋਇਆ ਤੇ ਬੜੀ ਤਰਸੀ ਹੋਈ ਨਿਗਾਹ ਦੇ ਨਾਲ ਤੁਹਾਡੇ ਦੁਆਰ ਨੂੰ ਦੇਖਦਾ ਪਿਆ ਵੇ। ਕਹਿੰਦਾ ਪੁੱਛਤ ਦੀਨ ਦਿਆਲ ਕੋ ਧਾਮ, ਬਤਾਵਤ ਆਪਣੋ ਨਾਮ ਸੁਦਾਮਾ। ਕਹਿੰਦਾ ਵੀ ਤੇਰੇ ਘਰ ਦਾ ਪਤਾ ਪੁੱਛਦਾ ਪਿਆ ਤੇ ਨਾਮ ਆਪਣਾ ਉਸਨੇ ਸੁਦਾਮਾ ਦੱਸਿਆ। ਇਤਨੇ ਤਰਲੇ ਕਰਨ ਤੋਂ ਬਾਅਦ ਜਦੋਂ ਕ੍ਰਿਸ਼ਨ ਨੂੰ ਪਤਾ ਲੱਗਾ ਕਿ ਸੁਦਾਮਾ ਆਇਆ, ਫਿਰ ਕ੍ਰਿਸ਼ਨ ਆਪਣੇ ਸਿੰਘਾਸਨ ਤੋਂ ਉੱਠ ਕੇ ਤੇ ਫਿਰ ਸੁਦਾਮਾ ਨੂੰ ਆ ਕੇ ਮਿਲਦਾ। ਤਾਂ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਦੂਰੋਂ ਦੇਖ ਡੰਡੋਤ ਕਰ, ਛੱਡ ਸਿੰਘਾਸਨ ਹਰ ਜੀ ਆਏ। ਉਹਨੇ ਇਤਨੇ ਤਰਲੇ ਕੀਤੇ ਨੇ, ਲੇਕਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇੱਧਰੋਂ ਭਾਈ ਲਹਿਣਾ ਜੀ ਚੱਲੇ ਨੇ ਤੇ ਉਧਰੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚੱਲ ਪਏ ਹਨ। ਕਿਉਂ ਚੱਲ ਪਏ ਨੇ? ਕਿਉਂਕਿ ਇਸ ਤਖਤ ਦਾ ਵਾਰਿਸ ਆਂਦਾ ਪਿਆ। ਇੱਥੋਂ ਸਾਨੂੰ ਪ੍ਰੇਰਨਾ ਮਿਲਦੀ ਹੈ, ਜਦੋਂ ਅਸੀਂ ਇੱਕ ਕਦਮ ਗੁਰੂ ਵਾਲੇ ਪਾਸੇ ਰੱਖਨੇ ਆ ਨਾ, ਤੇ ਗੁਰੂ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਸਾਨੂੰ ਆ ਜਾਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅਸੀਂ ਇੱਕ ਕਦਮ ਚੱਲਾਂਗੇ, ਗੁਰੂ ਕਰੋੜਾਂ ਕਦਮ ਚੱਲ ਕੇ ਅੱਗੋਂ ਲੈਣ ਆਵੇਗਾ। ਪਰ ਸ਼ਰਤ ਇਹ ਹੈ ਕਿ ਅਸੀਂ ਇੱਕ ਕਦਮ ਚੱਲੀਏ ਸਹੀ ਬਸ।
ਅਸੀਂ ਤਾਂ ਚੱਲਦੇ ਹੀ ਨਹੀਂ ਹਾਂ। ਜੇ ਕਰੋੜਾਂ ਕਦਮ ਗੁਰੂ ਚੱਲ ਕੇ ਨਾ ਆਵੇ ਤਾਂ ਸਾਡੀ ਮਜਾਲ ਨਹੀਂ ਕਿ ਅਸੀਂ ਗੁਰੂ ਤੱਕ ਪਹੁੰਚ ਸਕੀਏ। ਇਹ ਗੁਰੂ ਦਾ ਸਾਡੇ ਉੱਤੇ ਸਮਝ ਲਓ ਬੜਾ ਵੱਡਾ ਪਰਉਪਕਾਰ ਹੈ। ਅਸੀਂ ਨਹੀਂ ਮਿਲ ਸਕਦੇ। ਗੁਰੂ ਨਾਨਕ ਸੱਚੇ ਪਾਤਸ਼ਾਹ ਅੱਗੋਂ ਮਿਲ ਪਏ ਨੇ ਤੇ ਭਾਈ ਲਹਿਣਾ ਜੀ ਘੋੜੀ ਤੇ ਚੜੇ ਹੋਏ। ਪਤਾ ਨਹੀਂ ਹੈ ਵੀ ਇਹੀ ਗੁਰੂ ਨਾਨਕ ਨੇ। ਪੁੱਛਦੇ ਪਏ ਨੇ ਵੀ ਇੱਥੇ ਗੁਰੂ ਨਾਨਕ ਦਾ ਘਰ ਹੈ, ਕਿੱਥੇ ਹੈ? ਇਸ ਨੂੰ ਇੱਕ ਵਿਦਵਾਨ ਕਹਿੰਦਾ, ਮੰਜ਼ਿਲ ਸੇ ਮੰਜ਼ਿਲ ਕਾ ਪਤਾ ਪੁੱਛਤੇ ਹੈ। ਗੁਰੂ ਨਾਨਕ ਕੋਲੋਂ ਹੀ ਗੁਰੂ ਨਾਨਕ ਦਾ ਪਤਾ ਪੁੱਛਦੇ ਪਏ ਨੇ। ਕਦੀ ਆਪਾਂ ਵੀ ਗੁਰੂ ਕੋਲੋਂ ਗੁਰੂ ਦਾ ਪਤਾ ਪੁੱਛ ਕੇ ਦੇਖੀਏ ਵੀ ਤੁਸੀਂ ਕਿੱਥੇ ਰਹਿੰਦੇ ਹੋ, ਕਿਵੇਂ ਮਿਲੋਗੇ, ਕਿਹੜੀ ਹਾਲਤ ਵਿੱਚ ਮਿਲੋਗੇ? ਪਰ ਅਸੀਂ ਪੁੱਛਿਆ ਵੀ ਤਾਂ ਨਹੀਂ ਨਾ। ਅਸੀਂ ਤਾਂ ਮੱਥਾ ਟੇਕ ਕੇ ਇੰਝ ਦੌੜਨੇ ਆ ਜਿਵੇਂ ਸਾਡੇ ਪਿੱਛੇ ਕੋਈ ਪਿਆ ਹੋਇਆ ਹੋਵੇ। ਅਸੀਂ ਤੇ ਇੱਥੇ ਬਹਿਣ ਨੂੰ ਵੀ ਰਾਜੀ ਨਹੀਂ ਹੁੰਦੇ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਮੈਂ ਵੀ ਉਸੇ ਹੀ ਪਾਸੇ ਚੱਲਿਆ ਵਾਂ ਤੇ ਤੁਸੀਂ ਇਹ ਲਗਾਮ ਮੈਨੂੰ ਪਕੜਾ ਦਿਓ ਤੇ ਮੈਂ ਤੁਹਾਨੂੰ ਲੈ ਕੇ ਚੱਲਣਾ ਗੁਰੂ ਨਾਨਕ ਕੋਲ। ਗੁਰੂ ਨਾਨਕ ਸੱਚੇ ਪਾਤਸ਼ਾਹ ਪੈਦਲ ਚੱਲਦੇ ਪਏ ਨੇ, ਘੋੜੀ ਦੀ ਹੱਥ ਵਿੱਚ ਲਗਾਮ ਪਕੜੀ ਹੋਈ ਹੈ ਤੇ ਭਾਈ ਲਹਿਣਾ ਜੀ ਘੋੜੀ ਦੇ ਉੱਪਰ ਬੈਠੇ ਹੋਏ ਨੇ। ਜਿਸ ਨੇ ਆਪਣੀ ਘੋੜੀ ਦੀ ਲਗਾਮ ਗੁਰੂ ਨਾਨਕ ਦੇ ਹੱਥ ਵਿੱਚ ਦੇ ਦਿੱਤੀ ਹੈ ਨਾ, ਉਹ ਫਿਰ ਕਿਧਰੇ ਭਟਕ ਨਹੀਂ ਸਕਦਾ। ਉਹ ਆਪਣੀ ਮੰਜ਼ਿਲ ਤੇ ਇੱਕ ਦਿਨ ਪਹੁੰਚ ਹੀ ਜਾਏਗਾ। ਜਿਹਨੇ ਆਪਣੀ ਲਗਾਮ ਗੁਰੂ ਨਾਨਕ ਦੇ ਹੱਥ ਵਿੱਚ ਦੇ ਦਿੱਤੀ ਹੈ। ਅਰਜੁਨ ਜਾਣਦਾ ਸੀ ਕਿ ਦੁਰਯੋਧਨ ਕੋਲੋਂ ਮੇਰੇ ਨਾਲੋਂ ਕਈ ਗੁਣਾ ਜ਼ਿਆਦਾ ਸੈਨਾ ਹੈ ਉਹਦੇ ਕੋਲ, ਲੇਕਿਨ ਉਸਨੇ ਆਪਣੇ ਰੱਥ ਦੀ ਲਗਾਮ ਕ੍ਰਿਸ਼ਨ ਦੇ ਹੱਥ ਵਿੱਚ ਦੇ ਦਿੱਤੀ, ਕਿਉਂਕਿ ਉਹ ਜਾਣਦਾ ਸੀ ਵੀ ਕ੍ਰਿਸ਼ਨ ਕਦੀ ਹਾਰ ਨਹੀਂ ਹੋਣ ਦੇਵੇਗਾ। ਤੇ ਜੇ ਹਾਰ ਹੋ ਵੀ ਗਈ ਤੇ ਫਿਰ ਕ੍ਰਿਸ਼ਨ ਦੀ ਹਾਰ ਹੋਵੇਗੀ, ਮੇਰੀ ਨਹੀਂ ਹੋਵੇਗੀ। ਫਿਰ ਉਹਨੇ ਆਪਣੇ ਘੋੜੇ ਦੀਆਂ ਲਗਾਮਾਂ ਕ੍ਰਿਸ਼ਨ ਦੇ ਹੱਥ ਵਿੱਚ ਦੇ ਦਿੱਤੀਆਂ। ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਕੇ ਸੇਵਕ ਕੇ ਕਾਰਜ ਰਾਸ। ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿਓ। ਗੁਰੂ ਨੇ ਜੇ ਬਾਂਹ ਪਕੜ ਲਈ ਨਾ ਤਾਂ ਇੱਕ ਦਿਨ ਮੰਜ਼ਿਲ ਤੱਕ ਅਸੀਂ ਪਹੁੰਚ ਜਾਵਾਂਗੇ। ਅਸੀਂ ਮੱਥਾ ਟੇਕਣ ਦਾ ਮਤਲਬ ਪਤਾ ਕੀ ਹੈ? ਆਪਣੀ ਮੱਤ ਗੁਰੂ ਦੇ ਚਰਨਾਂ 'ਚ ਰੱਖ ਦਿਓ, ਗੁਰੂ ਦੀ ਮੱਤ ਲੈ ਕੇ ਚਲੇ ਜਾਓ। ਪਰ ਅਸੀਂ ਸਭ ਕੁਝ ਗੁਰੂ ਦੇ ਚਰਨਾਂ ਵਿੱਚ ਰੱਖ ਦਿੰਦੇ ਹਾਂ, ਆਪਣਾ ਮਨ ਨਹੀਂ ਰੱਖਦੇ, ਆਪਣੀ ਮੱਤ ਨਹੀਂ ਰੱਖਦੇ। ਇਹੀ ਕਾਰਨ ਹੈ ਅਸੀਂ ਮੰਜ਼ਿਲ ਤੱਕ ਨਹੀਂ ਪਹੁੰਚ ਪਾਉਂਦੇ ਹਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਚਲਦੇ ਹੋਏ ਪਹੁੰਚ ਗਏ ਨੇ ਧਰਮਸ਼ਾਲਾ ਤੱਕ। ਤੇ ਮਹਾਰਾਜ ਨੇ ਆਖਿਆ ਵੀ ਇਹ ਘੋੜੀ ਨੂੰ ਸਾਹਮਣੇ ਦਰਖਤ ਨਾਲ ਬੰਨ੍ਹ ਕੇ ਹੱਥ ਮੂੰਹ ਧੋ ਕੇ ਅੰਦਰ ਆ ਜਾਓ। ਸਾਹਮਣੇ ਗੁਰੂ ਨਾਨਕ ਬੈਠੇ ਨੇ, ਦਰਸ਼ਨ ਹੋਣਗੇ ਤੁਹਾਨੂੰ। ਇਹ ਨਹੀਂ ਆਖਿਆ ਵੀ ਮੈਂ ਗੁਰੂ ਨਾਨਕ ਹਾਂ। ਕੋਈ ਮੇਰੇ ਕੋਲੋਂ ਅਗਰ ਮੇਰਾ ਪਤਾ ਪੁੱਛੇ ਨਾ ਵੀ ਨਿਮਾਣਾ ਕਿੱਥੇ ਹੈ, ਤਾਂ ਮੈਂ 10 ਸਿਫਤਾਂ ਕਰਕੇ ਉਹਨੂੰ ਦੱਸਾਂਗਾ ਵੀ ਮੈਂ ਹੀ ਹਾਂ। ਪਰ ਗੁਰੂ ਨਾਨਕ ਪਾਤਸ਼ਾਹ ਨੇ ਐਸਾ ਨਹੀਂ ਕੀਤਾ। ਸਤਿਗੁਰ ਪਿਛਲੇ ਦਰਵਾਜ਼ੇ ਤੋਂ ਜਾ ਕੇ ਆਪਣੇ ਸਿੰਘਾਸਨ ਤੇ ਬੈਠ ਗਏ ਨੇ। ਭਾਈ ਲਹਿਣਾ ਜੀ ਜਦੋਂ ਹੱਥ ਮੂੰਹ ਧੋ ਕੇ ਅੰਦਰ ਜਾਂਦੇ ਨੇ, ਮੱਥਾ ਟੇਕ ਕੇ ਜਦੋਂ ਸੀਸ ਚੁੱਕਿਆ, ਵੇਖਿਆ ਤੇ ਸਾਹਮਣੇ ਤਖਤ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਬੈਠੇ ਹੋਏ ਨੇ। ਰੋਣ ਲੱਗ ਪਏ ਨੇ, ਅੱਖਾਂ ਦੇ ਵਿੱਚ ਹੰਝੂ। ਤੇ ਮਹਾਰਾਜ ਨੇ ਪੁੱਛਿਆ ਵੀ ਕੀ ਹੋਇਆ? ਆਉਂਦੇ ਰੋਣ ਲੱਗ ਪਿਆ ਮੈਂ। ਕਹਿੰਦਾ ਮਹਾਰਾਜ ਮੈਂ ਇੱਥੇ ਆਇਆ ਸਾਂ ਵੀ ਆਪਣੇ ਗੁਨਾਹ ਬਖਸ਼ਾ ਲਵਾਂ, ਮੈਂ ਆਪਣੇ ਪਾਪ ਧੋ ਲਵਾਂ। ਮੈਂ ਇੱਥੇ ਤਾਂ ਆਉਂਦਿਆਂ ਹੀ ਵੱਡਾ ਗੁਨਾਹ ਹੋ ਗਿਆ ਮੇਰੇ ਕੋਲੋਂ। ਤੁਸੀਂ ਪੈਦਲ ਚੱਲ ਕੇ ਆਏ ਹੋ ਤੇ ਮੈਂ ਘੋੜੀ ਤੇ ਬਹਿ ਕੇ। ਮਹਾਰਾਜ ਇਹ ਤਾਂ ਆਉਂਦੇ ਹੀ ਸ਼ੁਰੂਆਤ ਹੀ ਗਲਤ ਹੋ ਗਈ ਹੈ ਮੇਰੀ ਤਾਂ। ਸਤਿਗੁਰਾਂ ਨੇ ਪੁੱਛਿਆ ਵੀ ਤੇਰਾ ਨਾਮ ਕੀ ਹੈ? ਭਾਈ ਲਹਿਣਾ ਜੀ ਨੇ ਨਾਮ ਦੱਸਿਆ ਵੀ ਮੇਰਾ ਨਾਮ ਹੈ ਲਹਿਣਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਲੈਣਾ ਤੇ ਮੈਂ ਦੇਣਾ। ਜਿਨ੍ਹਾਂ ਨੇ ਲੈਣਾ ਹੁੰਦਾ ਉਹ ਘੋੜੀ ਤੇ ਚੜ੍ਹ ਕੇ ਆਉਂਦੇ ਨੇ, ਜਿਨ੍ਹਾਂ ਨੇ ਦੇਣਾ ਹੁੰਦਾ ਉਹ ਅੱਗੋਂ ਜਾ ਕੇ ਮਿਲਿਆ ਕਰਦੇ ਹਨ, ਉਹ ਪੈਦਲ ਹੀ ਚੱਲਦੇ ਨੇ।
ਇਹ ਕੋਈ ਗੁਨਾਹ ਨਹੀਂ ਹੈ, ਨਿਰੰਕਾਰ ਨੇ ਸਾਡਾ ਮੇਲ ਕਰਾਇਆ ਹੈ।